इस काम तो बड़ा मज़ा आया जी, बड़ा अल्लाह का शुक्र है, रोजी रोटी सोहनी लभदी है, शुक्र है अल्लाह की ज़ात दा। माशाअल्लाह सोहना काम है। ते हर साल ईद वास्ते किन्ने तुसी जानवर तैयार कर लेंदे? साल ईद वास्ते 10-12 जानवर तैयार करने। 10-12 जानवर तैयार कीते होण ते इन्हां नूं तुसी किन्ने महीने रखदे हो ते किन्नी बचत देई जंदे ने? तकरीबन 9-10 महीने रखी दे ने ते तकरीबन कोई 6-7-8 ਲੱਖ ਰੁਪਈਆ ਦੇ ਜਾਂਦੇ ਨੇ ਮੁਨਾਫਾ। ਚੰਗੀਆਂ ਚੀਜ਼ਾਂ ਇਹ ਹੀ ਨੇ ਭਾਈ ਜੀ, ਨਸਲ ਵੇਖਣੀ ਪੈਂਦੀ ਹੈ, ਮੂੰਹ ਤੋਂ ਵੇਖਣਾ ਪੈਂਦਾ, ਸਾਰਾ ਜਿਸਮ ਇਹਦਾ ਵੇਖਣਾ ਪੈਂਦਾ, ਲੱਤਾਂ ਲੰਮੀਆਂ ਹੋਣ ਬੱਚੇ ਦੀਆਂ, ਕੱਦ ਹੋਏ ਥੋੜਾ ਜਿਹਾ। ਅੱਛਾ, ਉਹ ਖਰੀਦੋਗੇ ਤੁਸੀਂ, ਨਸਲ ਅੱਛੀ ਹੋਏਗੀ, ਮੂੰਹ ਵੇਖ ਕੇ ਉਤੋਂ ਬੰਨ ਹੋਣੀ ਚਾਹੀਦੀ ਹੈ। ਅੱਛਾ, ਬੰਨ ਜਿਹੜੀ ਬੱਚੇ ਦੀ ਸਹੀ ਹੋਏਗੀ ਉਹ ਬੱਚਾ ਫਰਕ ਵੀ ਜ਼ਿਆਦਾ ਮਾਰੇਗਾ। ਅੱਛਾ, ਬੰਨ ਕਿਸ ਕਿਸਮ ਦੀ ਹੋਣੀ ਚਾਹੀਦੀ ਹੈ? ਬੰਨ ਤਕਰੀਬਨ ਸਹੀ ਹੋਣੀ ਚਾਹੀਦੀ ਹੈ, ਖੜੀ ਹੋਣੀ ਚਾਹੀਦੀ, ਉੱਚੀ ਹੋਣੀ ਚਾਹੀਦੀ। अस्सलाम वालेकुम। वालेकुम सलाम जी। प्यारे भाई की हाल है? अल्लाह का शुक्र है, ठीक ठाक जी। जनाब दा की नाम है? मोहसन रफीक। मोहसन भाई इलाका केड़ा जे? प्रोपी नागरा। ते प्यारे भाई तुसी किन्ने सालां तों ईद वास्ते बच्चे तैयार करदे हो पे? 10-12 साल हो गए माशाअल्लाह, काफी तजर्बा है तुहाडा। मेरे दोस्तां नूं इह दसो कि 10-12 साल दा जिहड़ा तजर्बा है वो किंज दा रिहा है? काम तू की सिक्खिया या की हासिल कीता है? इस काम तो बड़ा मज़ा आया जी, बड़ा अल्लाह का शुक्र है, रोजी रोटी सोहनी लभदी है, शुक्र है अल्लाह की ज़ात दा। माशाअल्लाह। सोहना काम है। ते हर साल ईद वास्ते किन्ने तुसी जानवर तैयार कर लेंदे? हर साल ईद वास्ते 10-12 जानवर तैयार करने। 10-12 जानवर तैयार कीते होण ते इन्हां नूं तुसी किन्ने महीने रखदे हो ते किन्नी बचत देई जंदे ने? तकरीबन 9-10 महीने रखी दे ने ते तकरीबन कोई 6-7-8 ਲੱਖ ਰੁਪਈਆ ਦੇ ਜਾਂਦੇ ਨੇ ਮੁਨਾਫਾ। माशाअल्लाह, जिंदाबाद जी। ਤੇ ਸਰ ਤੁਹਾਡੇ ਜਾਨਵਰ ਬੜੇ ਮਾਸ਼ਾਅੱਲਾ ਸੋਹਣੇ ਨੇ ਤੇ ਸਿਹਤਮੰਦ ਨੇ। ਮੇਰੇ ਦੋਸਤਾਂ ਨੂੰ ਇਹ ਦੱਸੋ ਕਿ ਤੁਸੀਂ ਇਹਨਾਂ ਦੀ ਚੰਗੀ ਤਿਆਰੀ ਕਿੰਜ ਕੀਤੀ ਏ? ਇਹਨਾਂ ਨੂੰ ਕਿਹੜੀ ਕਿਹੜੀ ਚੀਜ਼ ਖਿਲਾਉਂਦੇ ਪਿਲਾਉਂਦੇ ਹੋ? ਇਹਨਾਂ ਨੂੰ ਵੰਡਾ ਕਰੀਦਾ ਜੀ, ਤੇ ਤੂੜੀ ਪੱਠਾ ਨਾਲ ਕਰੀਦਾ, ਨਾਲ ਇਹਨਾਂ ਦੀ ਕੇਅਰ ਕਰੀਦੀ ਹੈ ਪੂਰੀ, ਪਾਣੀ ਸ਼ਾਣੀ ਪੂਰਾ ਟਾਈਮ ਨਾਲ ਵੇਖੀਦਾ, ਸਾਰਾ ਕੁਝ ਚੈੱਕ ਕਰੀਦਾ। ਠੀਕ ਹੈ। ਵੰਡਾ ਗੁੰਡਾ ਕਰਨਾ ਪੈਂਦਾ ਟਾਈਮ ਨਾਲ, ਪਾਣੀ ਸ਼ਾਣੀ ਟਾਈਮ ਨਾਲ ਕਰਨਾ। ਜੀ ਜੀ। ਤੇ ਜਿਹੜਾ ਵੰਡਾ ਹੈ ਉਹ ਖੁਦ ਤਿਆਰ ਕੀਤਾ ਹੈ ਜਾਂ ਕਿ ਤੁਸੀਂ ਬਾਜ਼ਾਰੋਂ ਲੈਂਦੇ ਹੋ? ਖੁਦ ਵੀ ਤਿਆਰ ਕਰ ਲੈਨੇ ਤੇ ਬਾਜ਼ਾਰੋਂ ਵੀ ਲਾਈਦਾ। ਠੀਕ ਹੈ ਸਰ। ਜਿਹੜਾ ਕਰੋ ਤੇ ਬਹੁਤਾ ਸਹੀ ਹੈ। ਜੀ ਜੀ। ਬਾਜ਼ਾਰੋਂ ਵੀ ਲਾਓ ਤੇ ਅੱਛਾ ਹੈ ਸਰ। ਬਾਜ਼ਾਰ ਵਾਲਾ ਇੱਥੇ ਲਾਗੋ ਸਾਡੇ ਪਿੰਡੋਂ ਹੀ ਮਿਲ ਜਾਂਦਾ ਵੰਡਾ, ਕਾਫੀ ਅੱਛਾ ਵੰਡਾ ਮਿਲਦਾ। ਠੀਕ ਹੈ ਸਹੀ ਹੈ ਸਰ। ਉਹ ਜਿਹੜਾ ਵੰਡਾ ਤੁਹਾਨੂੰ ਆਪਣੇ ਲਾਗੋਂ ਪਿੰਡੋਂ ਮਿਲ ਜਾਂਦਾ ਹੈ, ਉਹ ਵੰਡਾ ਦੱਸੋ ਹਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਬਣਿਆ ਹੈ ਤੇ ਉਹਨੂੰ ਫਿਰ ਇਸਤੇਮਾਲ ਕਿੰਜ ਕਰਨਾ ਹੈ? ਉਹਦੇ ਵਿੱਚ ਮਕਈ ਪੈਂਦੀ ਹੈ, ਸੀਰਾ ਪੈਂਦਾ, ਰਾਇਲ ਪਾਲਿਸ਼ ਪੈਂਦੀ ਹੈ, ਫਿਰ ਉਹ ਪੈਂਦੀ ਹੈ ਆਪਣਾ ਮਕਈ ਪੈਂਦੀ ਹੈ, ਕਣਕ ਪੈਂਦੀ ਉਹਦੇ 'ਚ, ਤੇ ਆਪਣਾ ਹੋਰ ਕਾਫੀ ਚੀਜ਼ਾਂ ਪੈਂਦੀਆਂ ਨੇ। ਤੇ ਜਿਹੜੀਆਂ ਚੀਜ਼ਾਂ ਇਹਨਾਂ ਦੇ ਵਿੱਚ ਵੰਡੇ 'ਚ ਇਸਤੇਮਾਲ ਕੀਤੀਆਂ ਜਾਂਦੀਆਂ ਨੇ ਜੀ ਜੀ, ਉਹ ਫਿਰ ਚੀਜ਼ਾਂ ਇਸਤੇਮਾਲ ਕਰਕੇ ਵੰਡਾ ਮਿਕਸ ਕਰਕੇ ਨਾ ਤੇ ਉਹ ਪਾਈਦਾ ਇਹਨਾਂ ਨੂੰ। ਠੀਕ ਹੈ। ਉਹਦੇ ਨਾਲ ਅੱਛਾ ਇਹਨਾਂ ਦਾ ਜਿਹੜਾ ਨਾ ਰਿਜ਼ਲਟ ਮਿਲਦਾ ਵੰਡੇ। ਠੀਕ ਹੈ ਸਰ। ਤੁਸੀਂ ਇਹ ਜਿਹੜੇ ਜਾਨਵਰ ਨੇ ਇਹ ਕਿੰਨੇ ਅਰਸਾ ਰੱਖਦੇ ਹੋ ਕੋਲ? ਤਕਰੀਬਨ 8-9 ਮਾਹ ਰੱਖਨੇ ਆ। 8 ਮਾਹ। ਤੁਸੀਂ ਇਹ ਦੱਸੋ ਕਿ ਜਦੋਂ ਤੁਸੀਂ ਪਹਿਲੇ ਦਿਨ ਤੋਂ ਲੈ ਕੇ ਵੰਡਾ ਕਿੰਨਾ ਸ਼ੁਰੂ ਕਰਦੇ ਹੋ ਤੇ ਦਿਨ ਬ ਦਿਨ ਕਿੰਨਾ ਇਜ਼ਾਫਾ ਕਰਦੇ ਹੋ? ਤੇ ਹੁਣ ਤੇ ਮਾਸ਼ਾਅੱਲਾ ਈਦ ਨਜ਼ਦੀਕ ਹੈ, ਹੁਣ ਇਹਨਾਂ ਨੂੰ ਕਿੰਨਾ ਵੰਡਾ ਇਸਤੇਮਾਲ ਕਰਾਂਦੇ ਹੋਗੇ? ਪਹਿਲੇ ਦਿਨ ਤੋਂ ਅਸੀਂ ਕਰਨੇ ਆ 2-2.5 ਕਿਲੋ ਸ਼ੁਰੂ ਕਰਨੇ ਆ। ਅੱਛਾ। ਇੱਕ ਦਿਨ ਦਾ, ਪੂਰੇ ਦਿਨ ਦਾ। ਠੀਕ ਹੈ। ਫਿਰ ਆਸਤਾ ਆਸਤਾ ਵੱਧਦਾ ਜਾਂਦਾ, ਆਸਤਾ ਆਸਤਾ ਵੱਧਦਾ ਜਾਂਦਾ। ਫਿਰ ਉਹਨੂੰ ਐਂਡ ਤੇ ਜਾ ਕੇ ਜਿਹੜੇ 2 ਮਹੀਨੇ ਰਹਿੰਦੇ ਨੇ ਨਾ, ਉਸ ਹਰ ਮਹੀਨੇ ਦੇ ਵਿੱਚ ਅਸੀਂ ਹਰ ਰੋਜ਼ ਦਾ 5 ਕਿਲੋ ਪਾਉਂਦੇ ਆ ਇੱਕ ਨੂੰ। ਅੱਛਾ। ਹੁਣ ਜਿਹੜੇ ਇਹਨਾਂ ਦੀ ਰੂਟੀਨ ਹੈ ਅੱਜ ਕੱਲ 5 ਕਿਲੋ ਇੱਕ ਦਿਨ ਦਾ? ਹਾਂਜੀ, 5 ਕਿਲੋ ਇੱਕ ਦਾ, ਇੱਕ ਬੱਚੇ ਦਾ। ਠੀਕ, ਇੱਕ ਦਿਨ ਦਾ। ਹਾਂਜੀ। ਤੇ ਵੰਡਾ ਕਿੰਜ ਇਸਤੇਮਾਲ ਕਰਦੇ ਹੋ, ਸੁੱਕਾ ਜਾਂ ਕਿ ਭਿਗੋ ਕੇ? ਸਿਆਲ ਦੇ ਵਿੱਚ ਸੁੱਕਾ ਇਸਤੇਮਾਲ ਕਰਨੇ ਆ ਤੇ ਗਰਮੀਆਂ ਦੇ ਵਿੱਚ ਭਿਗੋ ਕੇ ਇਸਤੇਮਾਲ ਕਰਨੇ ਆ। ਠੀਕ ਹੈ। ਸਹੀ ਤਰ੍ਹਾਂ ਅੱਛੀ ਤਰ੍ਹਾਂ ਭਿਗੋ ਕੇ ਇਸਤੇਮਾਲ ਕਰਨਾ। ਠੀਕ ਹੈ। ਤੇ ਵੰਡੇ ਦੇ ਇਲਾਵਾ ਇਹਨਾਂ ਨੂੰ ਜਿਹੜਾ ਸਬਜ਼ ਚਾਰਾ ਹੈ, ਤੂੜੀ ਹੈ, ਉਹ ਕਿੰਨੀ ਖਿਲਾਉਂਦੇ ਹੋ? ਸਬਜ਼ ਚਾਰਾ ਤੂੜੀ ਜਿੰਨੇ ਉਹ ਖਾ ਲੈਣ ਮਕਦਾਰ ਨਾਲ, ਪੂਰੀ ਮਕਦਾਰ ਨਾਲ ਖਾਂਦੇ ਨੇ, ਪੂਰੀ ਥੋੜੀ ਖਾਂਦੇ ਨੇ, ਨਹੀਂ ਜ਼ਿਆਦਾ ਨਹੀਂ ਖਾਂਦੇ ਆ। ਉਹ ਮਕਦਾਰ ਨਾਲ ਪਾਈ ਦੀ। ਅੱਛਾ, ਯਾਨੀ ਤੂੜੀ ਘੱਟ ਇਸਤੇਮਾਲ ਕਰਦੇ ਹੋ? ਨਹੀਂ, ਤੂੜੀ ਜ਼ਿਆਦਾ ਇਸਤੇਮਾਲ ਕਰੀਦੀ ਹੈ, ਜਿਹੜਾ ਸਬਜ਼ ਪੱਠਾ ਉਹ ਘੱਟ ਇਸਤੇਮਾਲ। ਅੱਛਾ, ਸਬਜ਼ ਚਾਰਾ ਘੱਟ ਇਸਤੇਮਾਲ ਕਰਦੇ ਹੋ? ਤੂੜੀ ਜਿਹੜੀ ਹੈ ਵੰਡੇ ਨਾਲ ਇਸਤੇਮਾਲ ਕਰਨੇ ਆ, ਸਬਜ਼ ਚਾਰੇ ਨਾਲ ਨਹੀਂ ਇਸਤੇਮਾਲ ਕਰਦੇ। ਤੇ ਜਿਹੜਾ ਸਬਜ਼ ਚਾਰਾ ਹੈ ਉਹ ਫਿਰ ਘੱਟ ਕਿਉਂ ਇਸਤੇਮਾਲ ਕਰਾਂਦੇ ਹੋ? ਉਹ ਥੋੜਾ ਘੱਟ ਇਸ ਵਾਸਤੇ ਪਾਈਦਾ ਕਿ ਤੂੜੀ ਨਾਲ ਇਹਨਾਂ ਦੀ ਗਰੋਥ ਜ਼ਿਆਦਾ ਹੁੰਦੀ ਹੈ। ਅੱਛਾ। ਹਾਂਜੀ, ਤੂੜੀ ਦਾ ਤੇ ਵੰਡੇ ਨਾਲ ਗਰੋਥ ਜ਼ਿਆਦਾ ਹੁੰਦੀ ਹੈ। ਅੱਛਾ, ਯਾਨੀ ਜਿਹੜਾ ਖੁਸ਼ਕ ਚਾਰਾ ਹੈ ਉਹ ਫਿਰ ਬਿਹਤਰ ਹੈ? ਹਾਂਜੀ। ਇਹਨਾਂ ਦੀ ਗਰੋਥ ਵਿੱਚ ਵੰਡੇ ਦਾ ਤੇ ਬੜਾ ਅਹਿਮ ਕਿਰਦਾਰ ਹੈ। ਤੁਸੀਂ ਦੱਸਿਆ ਕਿ ਜਿਹੜੀਆਂ ਚੀਜ਼ਾਂ ਇਸਤੇਮਾਲ ਹੁੰਦੀਆਂ ਨੇ ਵੰਡੇ ਦੇ ਇਲਾਵਾ, ਹੋਰ ਇਹਨਾਂ ਨੂੰ ਕੀ ਕੀ ਖਿਲਾਉਂਦੇ ਹੋ ਤਾਂ ਕਿ ਜ਼ਿਆਦਾ ਵਧਣ ਫੁੱਲਣ, ਇਹਨਾਂ ਦੀ ਸਿਹਤ ਚੰਗੀ ਹੋਏ? ਗਰਮੀਆਂ ਦੇ ਵਿੱਚ ਤੇਲ ਦੇਣਾ ਪੈਂਦਾ ਤੇ ਤਾਰਾ ਮੀਰਾ, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਠੰਡੀਆਂ ਚੀਜ਼ਾਂ ਗਰਮੀਆਂ ਦੇ ਵਿੱਚ ਦੇਣੀਆਂ ਪੈਂਦੀਆਂ, ਨਾਰਦਾਨਾ, ਹਰ ਚੀਜ਼ ਦੇਣੀ ਪੈਂਦੀ ਹੈ, ਧਿਆਨ ਰੱਖਣਾ ਪੈਂਦਾ ਪੂਰਾ ਇਹਨਾਂ ਦਾ। ਅੱਛਾ ਪਿਆਰੇ ਭਾਈ, ਅੱਜ ਕੱਲ ਗਰਮੀ ਦਾ ਮੌਸਮ ਹੈ, ਤੁਸੀਂ ਜ਼ਿਕਰ ਕੀਤਾ ਇਹਨਾਂ ਨੂੰ ਤੇਲ ਤੇ ਤਾਰਾ ਮੀਰਾ ਦਿੰਦੇ ਹੋ। ਹਾਂਜੀ। ਤੇਲ ਕਿੰਜ ਇਸਤੇਮਾਲ ਕਰਾਣਾ ਹੈ, ਕਿੰਨੇ ਦਿਨ ਬਾਅਦ ਕਰਾਣਾ ਹੈ ਤੇ ਕਿੰਨੀ ਮਿਕਦਾਰ ਹੋਣੀ ਚਾਹੀਦੀ? ਤੇਲ ਅਸੀਂ ਜਿਹੜਾ ਨਾ ਪਾ ਦਿੰਨੇ ਆ ਇਹਨਾਂ ਨੂੰ, ਇੱਕ ਬੱਚੇ ਨੂੰ ਪਾ ਦਿੰਨੇ ਆ ਤੇ ਤਕਰੀਬਨ 8 ਦਿਨਾਂ ਬਾਅਦ, 3-4 ਦਿਨਾਂ ਬਾਅਦ ਬਲਕਿ ਦਿੰਨੇ ਆ ਪਾ ਤੇਲ। ਪਾ ਤੇਲ ਜਿਹੜਾ ਦਿੰਨੇ ਆ ਅਸੀਂ ਉਹ ਪਾਣੀ 'ਚ ਮਿਕਸ ਕਰਕੇ ਵੀ ਦੇ ਸਕਦੇ ਆ, ਅਸੀਂ ਲੱਸੀ 'ਚ ਮਿਕਸ ਕਰਕੇ ਵੀ ਦੇ ਸਕਦੇ ਆ।
ਤੇ ਅਗਰ ਤਾਰਾ ਮੀਰਾ ਦੇਣਾ ਤੇ ਉਹ ਪਹਿਲਾਂ ਕੋ 2-3 ਦਿਨ ਭਿਉਣਾ ਪੈਂਦਾ, ਭਿਉਂ ਕੇ ਫਿਰ 2-2 ਨਾਲਾਂ ਜਿਹੜੀਆਂ ਨੇ ਨਾ ਉਹ ਤਾਰੇ ਮੀਰੇ ਦੀਆਂ ਦੇਣੀਆਂ ਪੈਂਦੀਆਂ ਫੀ ਬੱਚੇ ਨੂੰ। ਅੱਛਾ ਠੀਕ ਹੈ। ਤੇ ਕੋਈ ਮਿਰਚ ਮਸਾਲਾ ਵੀ ਇਹਨਾਂ ਨੂੰ ਖਿਲਾ ਰਹੇ ਹੋ? ਮਿਰਚ ਮਸਾਲਾ ਗਰਮੀਆਂ 'ਚ ਨਹੀਂ ਖਿਲਾਈਦਾ, ਸਿਆਲ 'ਚ ਖਿਲਾਈਦਾ। ਉਹ ਜਿਹੜਾ ਮਿਰਚ ਮਸਾਲਾ ਹੈ ਉਹ ਕਿਹੜੀ ਕਿਹੜੀ ਚੀਜ਼ਾਂ ਦਾ ਤਿਆਰ ਹੁੰਦਾ ਹੈ ਤੇ ਉਹਦਾ ਤਰੀਕਾ ਇਸਤੇਮਾਲ ਕੀ ਹੈ? ਮਿਰਚਾਂ, ਹਰੀਆਂ ਮਿਰਚਾਂ ਪੈਂਦੀਆਂ, ਕਾਲੀਆਂ ਮਿਰਚਾਂ ਤੇ ਪਿਆਜ਼, ਜਵੈਨ, ਇਹ ਚੀਜ਼ਾਂ ਇਸਤੇਮਾਲ ਹੁੰਦੀਆਂ। ਠੀਕ ਹੈ। ਤੇ ਗਰਮੀ 'ਚ ਬਿਲਕੁਲ ਨਹੀਂ ਇਸਤੇਮਾਲ ਕਰਨਾ? ਗਰਮੀਆਂ 'ਚ ਘੱਟ ਕਰਨੇ, ਅਸੀਂ ਨਹੀਂ ਇਸਤੇਮਾਲ ਕਰਦੇ ਆ। ਲੂਣ ਹੀ ਮਾੜਾ ਮੋਟਾ ਕਿਤੇ ਦੇ ਦੀਦਾ ਗਰਮੀਆਂ 'ਚ, ਕਿਉਂਕਿ ਗਰਮ ਹੁੰਦਾ ਇਸ ਲਈ ਮਸਾਲਾ ਇਸਤੇਮਾਲ ਨਹੀਂ ਕਰਦੇ, ਤੇਲ ਇਸਤੇਮਾਲ ਕਰੀਦਾ ਜ਼ਿਆਦਾ। ਤੇ ਭਾਈ ਹੁਣ ਦੋਸਤਾਂ ਨੂੰ ਦੱਸੋ ਕਿ ਜਿਹੜੇ ਜਾਨਵਰ ਤੁਸੀਂ ਖਰੀਦਦੇ ਹੋ ਉਹ ਤੁਹਾਨੂੰ ਕਿੰਜ ਅੰਦਾਜ਼ਾ ਹੋ ਜਾਂਦਾ ਕਿ ਇਹ ਜਿਹੜਾ ਜਾਨਵਰ ਹੈ ਕੱਲ ਨੂੰ ਵਧੇ ਫੁੱਲੇ ਦਾ ਤੁਹਾਨੂੰ ਫਾਇਦਾ ਦੇਦਾ? ਜਿਵੇਂ ਮਾਸ਼ਾਅੱਲਾ ਸਾਹਮਣੇ ਆ ਜਾਨਵਰ ਖੜਾ ਹੈ, ਅਜਿਹੀਆਂ ਕੋਈ ਨਿਸ਼ਾਨੀਆਂ ਦੱਸੋ ਹਾਂ ਮੇਰੇ ਦੋਸਤਾਂ ਨੂੰ। ਇਹ ਨਸਲ ਵੇਖਣੀ ਪੈਂਦੀ ਹੈ ਭਾਈਜਾਨ। ਸਾਹੀਵਾਲ ਨਸਲ ਹੁੰਦੀ ਹੈ। ਅੱਛਾ। ਨਸਲਾਂ ਹੁੰਦੀਆਂ ਨੇ ਬੱਚਿਆਂ ਦੀਆਂ। ਅੱਛੀ ਨਸਲ ਦਾ ਬੱਚਾ ਲਓਗੇ ਤਾਂ ਜ਼ਿਆਦਾ ਫਰਕ ਮਾਰੇਗਾ ਜੀ ਜੀ। ਜੇ ਥੋੜੀ ਜਿਹੀ ਮਾੜੇ ਨਸਲ ਦਾ ਬੱਚਾ ਲਓਗੇ ਤਾਂ ਘੱਟ ਫਰਕ ਮਾਰੇਗਾ। ਠੀਕ ਹੈ। ਨਸਲ ਤੇ ਹੋ ਗਈ ਨਾ ਸਾਹੀਵਾਲ। ਹਾਂਜੀ। ਇਸ ਤੋਂ ਇਲਾਵਾ ਸਾਹੀਵਾਲ ਦਾ ਹਰ ਬੱਚਾ ਤੇ ਚੰਗਾ ਨਹੀਂ ਨਾ ਹੋਣਾ, ਨਸਲ ਤੇ ਚਲੋ ਚੰਗੀ ਕੋਈ ਵਿੱਚ ਭੈੜੀ ਚੀਜ਼ ਵੀ ਹੁੰਦੀ ਹੈ। ਜਿਹੜੀ ਚੰਗੀ ਚੀਜ਼ ਤੇ ਉਹਦੀਆਂ ਕੋਈ ਨਿਸ਼ਾਨੀਆਂ? ਚੰਗੀਆਂ ਚੀਜ਼ਾਂ ਇਹ ਹੀ ਨੇ ਭਾਈ ਜੀ, ਨਸਲ ਵੇਖਣੀ ਪੈਂਦੀ ਹੈ, ਮੂੰਹ ਤੋਂ ਵੇਖਣਾ ਪੈਂਦਾ, ਸਾਰਾ ਜਿਸਮ ਇਹਦਾ ਵੇਖਣਾ ਪੈਂਦਾ, ਲੱਤਾਂ ਲੰਮੀਆਂ ਹੋਣ ਬੱਚੇ ਦੀਆਂ, ਕੱਦ ਹੋਏ ਥੋੜਾ ਜਿਹਾ। ਅੱਛਾ। ਉਹ ਖਰੀਦੋਗੇ ਤੁਸੀਂ, ਨਸਲ ਉਹ ਅੱਛੀ ਹੋਏਗੀ। ਮੂੰਹ ਵੇਖ ਕੇ ਉਤੋਂ ਬੰਨ ਹੋਣੀ ਚਾਹੀਦੀ ਹੈ। ਅੱਛਾ। ਬੰਨ ਜਿਹਦੀ ਬੱਚੇ ਦੀ ਸਹੀ ਹੋਏਗੀ ਉਹ ਬੱਚਾ ਫਰਕ ਵੀ ਜ਼ਿਆਦਾ ਮਾਰੇਗਾ। ਅੱਛਾ, ਬੰਨ ਕਿਸ ਕਿਸਮ ਦੀ ਹੋਣੀ ਚਾਹੀਦੀ ਹੈ? ਬੰਨ ਤਕਰੀਬਨ ਸਹੀ ਹੋਣੀ ਚਾਹੀਦੀ ਹੈ, ਖੜੀ ਹੋਣੀ ਚਾਹੀਦੀ, ਉੱਚੀ ਹੋਣੀ ਚਾਹੀਦੀ। ਤੇ ਹੋਰ ਜਿਹੜਾ ਇਹਦਾ ਜਿਸਮ ਹੈ, ਇਹਦੀ ਜਿਹੜੀ ਚਮੜੀ ਹੈ, ਹੋਣਾ ਚਾਹੀਦਾ, ਵਲਾਤੀ ਨਹੀਂ ਹੋਣਾ ਚਾਹੀਦਾ। ਚਮੜੀ ਵੀ ਢਿੱਲੀ ਹੋਣੀ ਚਾਹੀਦੀ ਹੈ। ਉਹ ਕੀ ਵਜ੍ਹਾ? ਚਮੜੀ ਢਿੱਲੀ ਹੋਏਗੀ ਤੇ ਜਿਸਮ ਖੁੱਲੇਗਾ ਉਹਦਾ। ਚਮੜੀ ਸਖਤ ਹੋਏਗੀ ਤਾਂ ਜਿਸਮ ਨਹੀਂ ਖੁੱਲੇਗਾ, ਘੱਟ ਖੁੱਲੇਗਾ। ਇਹ ਜਿਹੜਾ ਸਾਹੀਵਾਲ ਦਾ ਚੰਗਾ ਬੱਚਾ ਹੈ ਕਿਹੜੇ ਇਲਾਕੇ 'ਚ ਮਿਲਦਾ ਹੈ? ਮੰਡੀ 'ਚ ਬਿਹਤਰ ਹੈ ਜਾਂ ਕਿ ਇਲਾਕੇ 'ਚ ਫਿਰ ਕੇ ਲੈਣਾ ਬਿਹਤਰ ਹੈ? ਅਸੀਂ ਤੇ ਭਾਈਜਾਨ ਜਾਂਦੇ ਆ ਸਿਰਫ ਮਲਤਾਨ ਵਾਲੀ ਸਾਈਡ ਵੱਲ, ਬਹਾਵਲਪੁਰ ਇਸ ਸਾਈਡ ਤੋਂ ਜਾ ਕੇ ਲਿਆਉਂਦੇ ਆ ਮੰਡੀ 'ਚ। ਵੈਸੇ ਫਿਰ ਕੇ ਵੀ ਲੱਭ ਜਾਂਦੇ ਨੇ ਤੇ ਮੰਡੀ 'ਚ ਜ਼ਰਾ ਆਸਾਨੀ ਨਾਲ ਲੱਭ ਜਾਂਦੇ ਨੇ ਕਿ ਮੰਡੀ 'ਚ ਸਾਰੇ ਲੋਕ ਆਏ ਹੁੰਦੇ ਨੇ, ਇਸ ਲਈ ਆਸਾਨੀ ਨਾਲ ਲੱਭ ਜਾਂਦੇ ਨੇ। ਮੰਡੀ 'ਚ ਵੈਸੇ ਰੇਟ ਮੁਨਾਸਬ ਹੀ ਹੁੰਦਾ ਹੈ? ਮੁਨਾਸਬ ਹੀ ਹੁੰਦਾ, ਕਈ ਵਾਰੀ ਮੰਡੀ ਤੇਜ਼ ਵੀ ਹੁੰਦੀ ਹੈ, ਕਈ ਵਾਰੀ ਲੋ ਵੀ ਹੁੰਦੀ ਹੈ। ਫਿਰ ਇਸ ਤਰ੍ਹਾਂ ਹੀ ਖਰੀਦਣੇ ਪੈਂਦੇ ਨੇ, ਵੇਖ ਵੂਖ ਕੇ ਆਪਣੀ ਮਰਜ਼ੀ ਨਾਲ ਆਪਣੀ ਪਸੰਦ ਦਾ ਜਾਨਵਰ ਖਰੀਦਣਾ ਪੈਂਦਾ। ਠੀਕ ਹੈ। ਤੇ ਜਿਹੜਾ ਜਾਨਵਰ ਤੁਸੀਂ ਈਦ ਵਾਸਤੇ ਤਿਆਰ ਕਰਦੇ ਹੋ, ਤੁਸੀਂ ਜ਼ਿਕਰ ਕੀਤਾ 8 ਮਹੀਨੇ ਰੱਖਦੇ ਹੋ, ਤੇ ਉਹ ਜਦੋਂ ਤੁਸੀਂ ਜਾਨਵਰ ਲੈਂਦੇ ਹੋ ਉਦੋਂ ਦੀ ਉਮਰ ਜਾਂ ਵਜ਼ਨ ਕਿੰਨਾ ਹੁੰਦਾ ਹੈ? ਉਦੋਂ ਭਾਈਜਾਨ ਆਪਣਾ ਅਗਰ ਲੱਖ ਦਾ ਤੁਸੀਂ ਲੈਂਦੇ ਹੋ, 1 ਲੱਖ ਦਾ ਲੈਂਦੇ ਹੋ ਜਾਨਵਰ, ਤੇ ਉਹਦਾ ਵਜ਼ਨ ਕੋਈ 3.5 ਮਣ 4 ਮਣ ਹੁੰਦਾ ਹੈ। ਗੋਸ਼ਤ ਜਾਂ ਜ਼ਿੰਦਾ? ਗੋਸ਼ਤ। ਅੱਛਾ। ਤੇ ਉਹਦੀ ਉਮਰ ਹੁੰਦੀ ਹੈ ਤਕਰੀਬਨ ਮੇਰੇ ਖਿਆਲ ਨਾਲ 14-15 ਮਹੀਨੇ ਹੁੰਦੀ ਹੈ। ਫਿਰ ਉਹਨੂੰ ਅਸੀਂ ਲਿਆ ਕੇ ਖੀਰੇ ਨੂੰ ਲਿਆਉਂਦੇ ਆ, ਖੀਰੇ ਨੂੰ ਲਿਆ ਕੇ ਫਿਰ ਉਹਦੀ ਸੇਵਾ ਕਰੀਦੀ ਹੈ। ਫਿਰ ਜਿੰਨਾ ਵਧਾ ਸਕੀ ਅਸੀਂ ਵੰਡੇ ਨਾਲ ਉਹਨੂੰ ਵਧਾਉਂਦੇ ਆ। ਫਿਰ ਉਹ ਦੋਂਦਾ ਲੱਗਦਾ, ਦੋਂਦੇ ਤੋਂ ਬਾਅਦ ਫਿਰ ਉਹ ਕੁਰਬਾਨੀ ਦੇ ਲਾਇਕ ਹੋ ਜਾਂਦਾ। ਜੀ ਜੀ, ਜਿਹੜਾ ਦੋਂਦਾ ਉਹ ਕੁਰਬਾਨੀ ਤੇ ਲੱਗਦਾ। ਕੁਝ ਲੋਕ 3 ਮਹੀਨੇ ਵਾਸਤੇ ਪਾਲਦੇ ਨੇ, ਕਾਟੂ ਮਾਲ ਹੁੰਦਾ ਹੈ। ਕਾਟੂ ਮਾਲ ਤੇ ਜਿਹੜਾ ਈਦ ਵਾਸਤੇ ਤਿਆਰ ਕਰਨਾ ਹੈ, ਇਹਦੇ ਰੇਟ 'ਚ ਕੋਈ ਫਰਕ ਹੈ? ਬੜਾ ਫਰਕ ਹੁੰਦਾ ਹੈ। ਉੱਥੇ ਲੈਣ ਜਾਈਏ ਫਿਰ ਪਤਾ ਲੱਗਦਾ ਮੰਡੀ ਕਿ ਫਰਕ ਹੈ ਕਿ ਨਹੀਂ ਆ, ਬੜਾ ਫਰਕ ਹੁੰਦਾ, ਢੇਰ ਫਰਕ ਹੈ। ਫਰਕ ਦੀ ਕੀ ਵਜ੍ਹਾ ਹੈ? ਫਰਕ ਦੀ ਵਜ੍ਹਾ ਹੈ ਭਾਜੀ ਨਸਲ ਦੀ, ਸਿਰਫ ਨਸਲ ਦਾ ਫਰਕ ਹੈ। ਨਸਲ ਦੀ ਵਜ੍ਹਾ ਤੋਂ ਫਰਕ ਹੁੰਦਾ ਸਾਰਾ। ਜਿਹੜਾ ਨਸਲੀ ਤੁਸੀਂ ਜਾਨਵਰ ਲਓਗੇ, ਬੱਚਾ ਵੀ ਲਓਗੇ, ਉਹਦਾ ਰੇਟ ਜ਼ਿਆਦਾ ਹੋਏਗਾ। ਤੁਸੀਂ ਕਾਟੂ ਮਾਲ ਲਓਗੇ, ਉਹਦਾ ਰੇਟ ਘੱਟ ਹੋਏਗਾ। ਠੀਕ ਹੈ। ਹਾਂਜੀ। ਤੇ ਸਰ ਤੁਸੀਂ ਇਹਨਾਂ ਨੂੰ 8 ਮਹੀਨੇ ਕਿਉਂ ਰੱਖਦੇ ਹੋ? ਕੁਝ ਦੋਸਤ ਨੇ ਉਹ ਈਦ ਤੋਂ ਕੋਈ 2-3 ਮਹੀਨੇ ਪਹਿਲੇ ਲਿਆ ਕੇ ਮਾਲ ਤਿਆਰ ਕਰਦੇ ਨੇ, ਤੁਸੀਂ ਇਹਨਾਂ ਨੂੰ ਜ਼ਿਆਦਾ ਅਰਸਾ ਤੇ ਰੱਖਦੇ ਹੋ ਫਿਰ ਤਿਆਰ ਕਰਦੇ ਹੋ, ਉਹਦੇ 'ਚ ਕੀ ਵਜ੍ਹਾ? ਇਹਨਾਂ ਨੂੰ ਥੋੜੀ ਜੀ ਇਹਨਾਂ ਦੀ ਗਰੋਥ ਜ਼ਿਆਦਾ ਕਰਨ ਵਾਸਤੇ ਇਹਨਾਂ ਨੂੰ ਜ਼ਿਆਦਾ ਦੇਰ ਰੱਖਨੇ ਆ। ਜਿਹੜੇ 3-4 ਮਹੀਨੇ ਰੱਖਦੇ ਨੇ ਲੋਕ, ਉਹ ਉਨੀ ਗਰੋਥ ਵੀ ਪੂਰੀ ਜੀ ਹੁੰਦੀ ਹੈ। ਜਿਹੜੇ 8 ਮਹੀਨੇ ਰੱਖਦੇ ਨੇ, ਜ਼ਾਹਰੀ ਗੱਲ ਹੈ ਉਨੀ ਗਰੋਥ ਜ਼ਿਆਦਾ ਹੁੰਦੀ ਹੈ। ਗਰੋਥ ਜ਼ਿਆਦਾ ਹੋਣ ਦੇ ਨਾਲ ਤੁਹਾਨੂੰ ਵੀ ਫਾਇਦਾ ਜ਼ਿਆਦਾ ਹੋਏਗਾ। ਜੇ ਗਰੋਥ ਘੱਟ ਹੋਏਗੀ ਤੇ ਤੁਹਾਨੂੰ ਫਾਇਦਾ ਘੱਟ ਹੋਏਗਾ। ਬਿਲਕੁਲ। ਮਾਸ਼ਾਅੱਲਾ ਪਿਆਰੇ ਭਾਈ, ਤੁਸੀਂ ਬੜੀਆਂ ਕੀਮਤੀ ਗੱਲਾਂ ਦੱਸੀਆਂ ਨੇ। ਇਹ ਦੱਸੋ ਕਿ 8 ਮਹੀਨੇ 'ਚ ਕਿੰਨੀ ਵਾਰੀ ਇਹਨਾਂ ਨੂੰ ਕੀੜੇ ਮਾਰ ਅਦਵੀਆਤ ਦਿੱਤੀਆਂ ਨੇ? ਇਸ ਤੋਂ ਇਲਾਵਾ ਵੈਕਸੀਨ ਕਿੰਨੀ ਦਫਾ ਕਰਾਈ ਹੈ? ਭਾਜੀ ਤਕਰੀਬਨ ਮੇਰੇ ਖਿਆਲ ਨਾਲ 3-4 ਦਫਾ ਕੀੜੇ ਮਾਰ ਦਵਾਈ ਦਿੱਤੀ ਇਹਨਾਂ ਨੂੰ, ਤੇ ਤਕਰੀਬਨ 2-3 ਦਫਾ ਜਿਹੜਾ ਇਹਨਾਂ ਨੂੰ ਵੈਕਸੀਨ ਹੀ ਕਰਵਾਈ ਹੈ। ਮੋਖਰ ਦੀ ਵੈਕਸੀਨ ਇਹਨਾਂ ਨੂੰ ਟਾਈਮ ਨਾਲ ਕਰਵਾਉਣੀ ਪੈਂਦੀ ਹੈ। ਅੱਛਾ। ਉਹਦੀ ਗਾਰੰਟੀ ਹੁੰਦੀ ਹੈ ਸਾਲ ਦੀ, ਪਰ ਅਸੀਂ 6 ਮਹੀਨੇ ਫਿਰ ਦੁਬਾਰਾ ਕਰਵਾਉਂਦੇ ਆ। ਠੀਕ ਹੈ। ਤੇ ਜਿਹੜੀ ਉਹ ਕੀੜੇ ਮਾਰ ਦਵਾਈ ਹੈ ਉਹ ਨੈਲਜੈਨ ਪਲਾਉਂਦੇ ਹੋ ਜਾਂ ਕੋਈ ਹੋਰ ਪਲਾਉਂਦੇ ਹੋ? ਨੈਲਜੈਨ ਵੀ ਅੱਛੀ ਹੈ, ਨੈਲਜੈਨ ਪਲੱਸ ਵੀ ਅੱਛੀ ਹੈ, ਹੋਰ ਵੀ 2-3 ਦਵਾਈਆਂ ਨੇ ਉਹ ਵੀ ਅੱਛੀਆਂ। ਠੀਕ ਹੈ। ਜਦੋਂ ਦੂਸਰੀ ਦਫਾ ਪਲਾਉਂਦੇ ਹੋ, ਜਿਹੜੀ ਪਹਿਲੀ ਦਫਾ ਪਲਾਈ ਹੁੰਦੀ ਹੈ, ਦੂਸਰੀ ਦਫਾ ਵੀ ਉਹ ਵੀ ਜਾਂ ਕਿ ਚੇਂਜ ਕਰ ਲੈਂਦੇ? ਚੈੱਕ ਕਰ ਲਈਦਾ, ਜਿਹਦਾ ਅੱਛਾ ਰਿਜ਼ਲਟ ਹੋਏ ਉਹ ਹੀ ਦੇਈ ਦੀ ਹੈ। ਜਦੋਂ ਈਦ ਨਜ਼ਦੀਕ ਆਈ ਹੈ ਨਾ, ਫਿਰ ਉਹ ਦੇਈ ਦੀ ਹੈ ਜਿਹਦੇ ਨਾਲ ਜ਼ਿਆਦਾ ਗੋਇਆ ਪਤਲਾ ਨਾ ਕਰਨ, ਉਹ ਦੇਈ ਦੀ ਹੈ ਦਵਾਈ। ਉਹ ਨੈਲਜਨ ਪਲੱਸ ਉਹਦੇ ਨਾਲ ਜ਼ਰਾ ਗੋਇਆ ਥੋੜਾ ਜਿਹਾ ਪਤਲਾ ਘੱਟ ਕਰਦੇ ਨੇ। ਠੀਕ ਹੈ। ਇਸ ਲਈ ਉਹ ਅੱਛੀ ਹੈ। ਮਾਸ਼ਾਅੱਲਾ ਭਾਈ, ਤੁਸੀਂ ਇਹ ਕੰਮ 'ਚ ਕਾਮਯਾਬ ਹੋ ਤੇ ਤੂੰ ਮੁਤਮਿਨ ਵੀ ਹੋ। ਤੇ ਤੁਹਾਡੀ ਕਾਮਯਾਬੀ ਦਾ ਕੀ ਰਾਜ਼ ਹੈ? ਕਿਹੜੇ ਦੋਸਤ ਹੈ ਕੰਮ ਕਰਨ ਤੇ ਉਹ ਕਾਮਯਾਬ ਹੁੰਦੇ ਤੇ ਕਿਹੜੇ ਨਾਕਾਮ ਹੁੰਦੇ? ਭਾਈ ਜੀ, ਜਿਹੜਾ ਮਰਜ਼ੀ ਇਹਦਾ ਕੰਮ ਸ਼ੁਰੂ ਕਰ ਲੇ ਤੇ ਮਿਹਨਤ ਕਰਨੀ ਪੈਂਦੀ ਹੈ ਥੋੜੀ ਜੀ। ਮਿਹਨਤ ਕਰੋਗੇ ਤੇ ਇਹਦੇ ਤੇ ਕਾਮਯਾਬ ਅੱਲਾ, ਇਨਸ਼ਾਅੱਲਾ ਅੱਲਾ ਮਿਹਨਤ ਦਾ ਫਲ ਦੇਗਾ। ਠੀਕ ਹੈ।
ਤੇ ਤੁਸੀਂ ਜਿਹੜਾ ਇਸ ਟਾਈਮ ਟੋਟਲ ਕਿੰਨੇ ਜਾਨਵਰ ਨੇ? ਤਕਰੀਬਨ 9 ਜਾਨਵਰ ਤੇ 9 ਜਾਨਵਰਾਂ ਨੂੰ ਕਿੰਨੇ ਬੰਦੇ ਸੰਭਾਲਦੇ ਹੋ? ਅਸੀਂ 2 ਬੰਦੇ ਸੰਭਾਲ ਰਹੇ ਹਾਂ। ਅੱਛਾ। ਤੇ ਇੱਕ ਬੰਦਾ ਜਿਹੜਾ ਨਾ ਆਲਰੇਡੀ ਹੈ ਵੇ, ਲੇਕਿਨ ਦੋਵੇਂ ਬੰਦੇ ਅਸੀਂ ਬਗਾਹੇ ਆ ਜਾਂਦੇ ਆ ਘੱਟ ਵੱਧ ਕਰਕੇ। ਦੋਵੇਂ ਭਰਾਵਾਂ ਅਸੀਂ ਤੇ ਘੱਟ ਥੋੜਾ ਟਾਈਮ ਦੇ ਲਈਦਾ ਜੀ ਜੀ, ਤੇ ਇਸ ਲਈ ਦੋਵੇਂ ਸਾਂਭ ਲੈਨੇ। ਠੀਕ ਹੈ, ਯਾਨੀ ਕਿ ਤੁਸੀਂ ਖੁਦ ਹੀ ਮਿਲ ਕੇ ਭਾਈ ਇਹ ਕੰਮ ਕਰਦੇ ਹੋ, ਮੁਲਾਜ਼ਮ ਕੋਈ ਨਹੀਂ ਰੱਖਿਆ? ਮੁਲਾਜ਼ਮ ਕੋਈ ਨਹੀਂ ਹੈ। ਤੇ ਸਰ ਤੁਸੀਂ ਇਹ ਕਰਦੇ ਹੋ ਪਏ, ਬੜਾ ਸੋਹਣਾ ਕੰਮ ਕਰਦੇ ਹੋ ਪਏ, ਲੇਕਿਨ ਛੋਟੇ ਪੈਮਾਨੇ ਤੇ ਕਿਉਂ ਕਰਦੇ ਹੋ ਪਏ? ਜ਼ਿਆਦਾ ਕਿਉਂ ਨਹੀਂ ਕਰਦੇ? ਭਾਈ ਜੀ ਜ਼ਿਆਦਾ ਨਹੀਂ, ਇੰਨਾ ਹੀ ਫੀਡ ਨਹੀਂ ਕਰ ਸਕਦੇ ਜ਼ਿਆਦਾ, ਮਤਲਬ ਕਿ ਇਸ ਲਈ ਇਹ ਪੂਰਾ ਜਿਹਾ ਮੁਨਾਸਬ ਰੱਖੀਦਾ, ਜਿਹਨੇ ਆਪਣਾ ਇਨਸਾਨ ਕੋਲ ਹੋਏ ਨਾ ਕਾਰੋਬਾਰ, ਉਹਦੇ ਹਿਸਾਬ ਨਾਲ ਹੀ ਰੱਖਣਾ ਚਾਹੀਦਾ। ਠੀਕ ਹੈ, ਯਾਨੀ ਕਿ ਜਿੰਨੀ ਤੁਸੀਂ ਸਾਂਭ ਕਰ ਸਕੋ, ਨਾਲੇ ਨਾਲੇ ਅੱਛੇ ਤਿਆਰ ਕਰਨ ਵਾਸਤੇ ਪੂਰੇ ਜੇ ਰੱਖੋ ਤੇ ਅੱਛੇ ਤਿਆਰ ਹੋ ਜਾਂਦੇ ਨੇ। ਫਿਰ ਜ਼ਿਆਦਾ ਰੱਖ ਲੋਗੇ ਫਿਰ ਉਹਨੇ ਠੀਕ ਹੈ ਘੱਟ ਹੋਣਗੇ। ਤੇ ਜਿਹੜੇ 9 ਦੇ 9 ਬੱਚੇ ਨੇ ਈਦ ਉੱਤੇ ਲੱਗਦੇ ਨੇ? ਹਾਂਜੀ, 9 ਦੇ 9 ਹੀ ਲੱਗਦੇ ਨੇ। ਤੇ ਇਹ ਜਿਹੜੇ 9 ਬੱਚੇ ਨੇ ਕਿੰਨੇ ਦੰਦ ਨੇ? 9 ਬੱਚੇ ਜਿਹੜੇ ਨੇ ਉਹਨਾਂ ਦੇ ਜਿਹੜੇ 4 ਬੱਚੇ ਨੇ ਉਹ ਚੋਗੇ ਨੇ ਤੇ 5 ਬੱਚੇ ਜਿਹੜੇ ਨੇ ਉਹ ਦੋਂਦੇ ਨੇ। ਠੀਕ ਹੈ, ਯਾਨੀ ਕਿ ਮਾਸ਼ਾਅੱਲਾ ਉਮਰ ਇਹਨਾਂ ਦੀ ਪੂਰੀ ਹੈ, ਬਹੁਤੀ ਜ਼ਿਆਦਾ ਨਹੀਂ। ਤੁਸੀਂ ਸੋਹਣੇ ਤਿਆਰ ਕੀਤੇ ਨੇ। ਹਾਂਜੀ। ਤੇ ਇਹਨਾਂ ਦਾ ਜਿਹੜਾ ਵਜ਼ਨ ਹੈ ਉਹ ਕਮ ਸੇ ਕਮ ਕਿੰਨਾ ਹੈ ਤੇ ਜ਼ਿਆਦਾ ਤੋਂ ਜ਼ਿਆਦਾ ਕਿੰਨਾ ਹੈ? ਭਾਈ ਮੇਰੇ ਖਿਆਲ ਨਾਲ ਗੋਸ਼ਤ ਜਿਹੜਾ ਨਾ 8 8.5 ਮਨ ਹੈ ਵੇ। ਅੱਛਾ। ਠੀਕ ਹੈ, ਤੇ ਘੱਟ ਵੀ ਹੈ ਵੇ 4 4.5 ਮਨ 5 ਮਨ ਦਾ ਵੀ ਹੈ। ਠੀਕ ਹੈ, ਯਾਨੀ 4.5 5 ਮਨ ਗੋਸ਼ਤ ਤੋਂ ਲੈ ਕੇ 8 ਮਨ ਗੋਸ਼ਤ ਤੱਕ ਹੈ ਵੇ। 8 8.5 ਮਨ ਤੱਕ ਹੈ ਮਾਸ਼ਾਅੱਲਾ। ਤੇ ਜਿਹੜੇ ਦੋਸਤ ਤੁਹਾਡੇ ਨਾਲ ਰਾਬਤਾ ਕਰਨਾ ਚਾਹੁੰਦੇ ਨੇ, ਆਪਣਾ ਕੋਈ ਮੋਬਾਈਲ ਨੰਬਰ ਦੇ ਦਿਓ ਜਿਹਦੇ ਤੇ WhatsApp ਦੀ ਸਹੂਲਤ ਵੀ ਮੌਜੂਦ ਹੈ। WhatsApp ਦੀ ਸਹੂਲਤ ਨਹੀਂ ਹੈ ਉਹਦੇ ਤੇ, ਲੇਕਿਨ ਨੰਬਰ ਹੈ ਵੇ ਆਪਣਾ WhatsApp ਦੀ ਉਹਦੇ ਤੇ ਸਹੂਲਤ ਨਹੀਂ। ਚਲੋ ਸਰ ਨੰਬਰ ਬੋਲ ਦਿਓ ਤੁਸੀਂ। 0347 ਜੀ ਜੀ 60 26 473। ਠੀਕ ਹੈ, ਤੇ ਆਪਣਾ ਐਡਰੈਸ ਵੀ ਇੱਕ ਦਫਾ ਬੋਲ ਦਿਓ। ਐਡਰੈਸ ਸਾਡਾ ਪੜੋਪੀ ਨਾਗਰਾ ਜੀ, ਪਿੰਡ ਪੜੋਪੀ ਨਾਗਰਾ, ਤਹਿਸੀਲ ਸਾਡੀ ਪਸਰੂਰ ਹੈ, ਜ਼ਿਲ੍ਹਾ ਸਿਆਲਕੋਟ। ਠੀਕ ਹੈ, ਤੇ ਜਿਹੜੇ ਦੋਸਤ ਆ ਵੀਡੀਓ ਵੇਖਦੇ ਨੇ ਪਏ, ਉਹਨਾਂ ਨੂੰ ਤੁਸੀਂ ਕੀ ਕੋਈ ਅੱਛਾ ਜਿਹਾ ਮੁਹਲਸ ਮਸ਼ਵਰਾ ਦੇਣਾ ਚਾਹੋਗੇ? ਉਹ ਜਿਹੜੇ ਦੋਸਤ ਆ ਵੀਡੀਓ ਵੇਖਦੇ ਨੇ, ਅਗਰ ਕਿਸੇ ਨੂੰ ਪਸੰਦ ਆਂਦਾ ਤਾਂ ਸਾਡੇ ਨਾਲ ਰਾਬਤਾ ਕਰੇ, ਅਸੀਂ ਇਨਸ਼ਾਅੱਲਾ ਉਹਨਾਂ ਦੀ ਹੈਲਪ ਕਰਾਂਗੇ ਪੂਰੀ। ਠੀਕ ਹੈ, ਬਹੁਤ ਸ਼ੁਕਰੀਆ ਭਾਈ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ, ਬੜੀ ਸੋਹਣੀ ਤੇ ਉਮਦਾ ਗੁਫ਼ਤਗੂ ਕੀਤੀ ਹੈ। ਅੱਲਾਹ ਪਾਕ ਤੁਹਾਡੇ ਕਾਰੋਬਾਰ 'ਚ ਵੀ ਮਜ਼ੀਦ ਇਜ਼ਾਫਾ ਤਾ ਫਰਮਾਏ। ਅੱਲਾਹ ਹਾਫਿਜ਼।